सतनाम श्री वाहेगुरु साहिब जीओ। सुन साखी मन जप प्यार, अजामल उदरिया कह एक बार। बाल्मीकै होआ साध संग, ध्रुव को मिलया हर निसंग। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। चल रहे लड़ीवार प्रसंग धन धन श्री गुरु गोबिंद सिंह साहिब जी महाराज जी दे अध्याय 17वें विच अज आपां भाई दान सिंह नूं ਅੰਮ੍ਰਿਤ ਛਕਾਉਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਤਿਗੁਰੂ ਜੀ ਸ਼ਿਕਾਰ ਖੇਡਦੇ ਅੱਗੇ ਜਾ ਰਹੇ ਸਨ ਤੇ ਛਤਿਆਣੇ ਪਿੰਡ ਵਿੱਚ ਜਾ ਕੇ ਗੁਰੂ ਜੀ ਨੇ ਆਪਣਾ ਡੇਰਾ ਕੀਤਾ। ਉੱਥੇ ਇਬਰਾਹਿਮ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਸ ਦੇ ਨਾਮ ਉੱਪਰ ਹੀ ਉਸ ਸਥਾਨ ਨੂੰ ਬ੍ਰਹਮੀ ਕਹਿੰਦੇ ਸਨ। ਗੁਰੂ ਜੀ ਨੇ ਜਿਹੜੇ ਬਿਰਾੜ ਨੌਕਰ ਰੱਖੇ ਸਨ, ਉਹ ਮੂਰਖ ਆਪਸ ਵਿੱਚ ਮਿਲ ਕੇ ਕਹਿਣ ਲੱਗੇ, ਗੁਰੂ ਜੀ ਪਾਸੋਂ ਕਿਉਂ ਆਪਣੀ ਤਨਖਾਹ ਨਹੀਂ ਲੈਂਦੇ? ਉਹਨਾਂ ਨੇ ਕਠੋਰ ਬਣਨ ਤੋਂ ਬਗੈਰ ਤਨਖਾਹ ਨਹੀਂ ਦੇਣੀ। ਪਹਿਲਾਂ ਵੀ ਕਈ ਵਾਰੀ ਤੁਸੀਂ ਮੰਗੀ ਹੈ, ਦਿੰਦੇ ਹਾਂ ਕਹਿ ਦਿੰਦੇ ਹਨ। ਕਈ ਕਹਿੰਦੇ ਸਨ ਕਿ ਗੁਰੂ ਜੀ ਪਾਸ ਧਨ ਨਹੀਂ ਹੈ, ਕਿਵੇਂ ਲੈਣ ਦੀ ਆਸ ਕਰਦੇ ਹੋ? ਜਦ ਕਿਸੇ ਸਥਾਨ 'ਤੇ ਠਹਿਰਨਗੇ ਤਾਂ ਵੱਡੀ ਸੰਗਤ ਆ ਕੇ ਮੇਲ ਕਰੇਗੀ, ਉਹ ਸੰਗਤ ਧਨ ਅਰਪਣ ਕਰਕੇ ਦੇਵੇਗੀ। ਇੱਥੇ ਉਜਾੜ ਵਿੱਚ ਕਿੱਥੋਂ ਸੰਗਤ ਇਕੱਠੀ ਹੋਏਗੀ? ਕਈਆਂ ਨੇ ਸੁਣ ਕੇ ਕਿਹਾ, ਅਸੀਂ ਤਾਂ ਹੋਰ ਕੁਝ ਨਹੀਂ ਜਾਣਦੇ ਹਾਂ, ਹੁਣ ਤਾਂ ਇੱਥੇ ਹੀ ਖੜੇ ਕਰ ਲੈਂਦੇ ਹਾਂ ਤੇ ਤਨਖਾਹ ਲੈਣ ਤੋਂ ਬਗੈਰ ਚੱਲਣ ਨਹੀਂ ਦਿਆਂਗੇ। ਸਾਰਾ ਜੱਗ ਜਾਣਦਾ ਹੈ ਕਿ ਗੁਰੂ ਜੀ ਕਰਾਮਾਤੀ ਹਨ, ਇਸ ਕਰਕੇ ਛੋਟੇ ਵੱਡੇ ਸਾਰੇ ਮੰਨਦੇ ਹਨ। ਜਦ ਇੱਥੇ ਅਟਕਾ ਲਵਾਂਗੇ ਤਦ ਸਾਨੂੰ ਧਨ ਦੇਣਗੇ, ਨਹੀਂ ਤਾਂ ਹੋਰ ਵਾਰਤਾ ਖੋਟੀ ਹੋਵੇਗੀ। ਸਾਡੀ ਹੱਦ ਤਾਂ ਇੱਥੋਂ ਤੱਕ ਹੈ। ਸਾਰੀਆਂ ਵਿਧੀਆਂ ਨਾਲ ਸਾਡਾ ਜ਼ੋਰ ਹੋਵੇਗਾ, ਜੋ ਚਾਹੇ ਕਰੀਏ, ਇਹਨਾਂ ਦਾ ਹੋਰ ਕੋਈ ਰਾਖਾ ਨਹੀਂ ਹੈ। ਅੱਗੇ ਸਾਬੋ ਕੀ ਹੱਦ ਹੈ, ਹੁਣ ਉਸੇ ਵਿੱਚ ਪ੍ਰਵੇਸ਼ ਕਰਨਗੇ। ਭਾਰੀ ਬਲਵਾਨ ਭਾਈ ਡੱਲਾ ਆ ਕੇ ਮਿਲੇਗਾ। ਸੈਂਕੜੇ ਸੂਰਬੀਰ ਉਸ ਦੇ ਹੁਕਮ ਅਧੀਨ ਹਨ। ਉਹ ਸਾਡਾ ਜ਼ੋਰ ਚੱਲਣ ਨਹੀਂ ਦੇਵੇਗਾ। ਬਾਅਦ ਵਿੱਚ ਤਨਖਾਹ ਬੜੀ ਮੁਸ਼ਕਲ ਨਾਲ ਪਾਵਾਂਗੇ। ਇਹ ਚੰਗੀ ਗੱਲ ਹੈ ਕਿ ਗੁਰੂ ਜੀ ਨੂੰ ਅਟਕਾ ਲਓ, ਇੱਕ ਦਿਨ ਦਾ ਧਨ ਪ੍ਰਾਪਤ ਕਰ ਲਓ। ਫਿਰ ਜਦ ਕਾਫੀ ਲੰਮਾ ਸਮਾਂ ਬਤੀਤ ਕਰਾਂਗੇ, ਫਿਰ ਗੁਰੂ ਜੀ ਪਾਸੋਂ ਤਨਖਾਹ ਪਾ ਲਵਾਂਗੇ। ਮੂਰਖਾਂ ਨੇ ਮਿਲ ਕੇ ਇਸ ਪ੍ਰਕਾਰ ਸਲਾਹ ਬਣਾਈ। ਉਹ ਗੁਰੂ ਜੀ ਦੀ ਵੱਡੀ ਮਹਿਮਾ ਨੂੰ ਨਹੀਂ ਸਨ ਸਮਝਦੇ। ਭਾਈ ਦਾਨ ਸਿੰਘ ਨੇ ਇੱਕ ਵਾਰ ਹਟਾਏ, ਇਸ ਤਰ੍ਹਾਂ ਤਨਖਾਹ ਨਾ ਲਵੋ, ਬੁਰਾ ਹੋ ਜਾਏਗਾ। ਹੱਥ ਜੋੜ ਕੇ ਤਨਖਾਹ ਮੰਗੀਏ, ਘਰੇ ਭੇਜ ਦਈਏ ਤੇ ਆਪ ਵਿਚਰਦੇ ਰਹੀਏ, ਜਿਸ ਨਾਲ ਸਭ ਪ੍ਰਕਾਰ ਦਾ ਖਾਣ ਪੀਣ ਹੋਵੇ। ਹੋਰ ਸਾਡੀ ਕੋਈ ਆਮਦਨ ਵੀ ਨਹੀਂ ਰਹੀ ਹੈ। ਸਤਿਗੁਰੂ ਜੀ ਤਨਖਾਹ ਦੇਣਗੇ, ਉਹ ਰੱਖਦੇ ਨਹੀਂ। ਸ਼ਾਂਤੀ ਨਾਲ ਲਵੋ ਤੇ ਮਾੜੀ ਗੱਲ ਕੋਈ ਨਾ ਕਹੋ। ਭਾਈ ਦਾਨ ਸਿੰਘ ਪਾਸੋਂ ਸੁਣ ਕੇ ਬੈਰਾੜ ਨਾ ਮੰਨੇ ਤੇ ਵਿਗਾੜ ਕਰਨਾ ਚਾਹੁੰਦੇ ਸਨ। ਆਪਣੀ ਹੱਦ ਵਿੱਚ ਅਸੀਂ ਲਵਾਂਗੇ, ਅੱਗੇ ਜਾ ਕੇ ਕਿਵੇਂ ਦੇਣਗੇ? ਇੱਥੇ ਸਾਡਾ ਹੁਣ ਜ਼ੋਰ ਚੱਲੇਗਾ। ਧਨ ਮੰਗਾਂਗੇ ਤਾਂ ਸਾਰਾ ਹੀ ਮਿਲੇਗਾ। ਸਲਾਹ ਕਰਕੇ ਫਿਰ ਇਕੱਠੇ ਹੋ ਗਏ। ਘੋੜੇ ਛੱਡ ਕੇ ਗੁਰੂ ਜੀ ਦੇ ਅੱਗੇ ਚਲੇ ਗਏ। ਸਾਰੇ ਜਾ ਕੇ ਗੁਰੂ ਜੀ ਦੇ ਅੱਗੇ ਖੜੇ ਹੋ ਗਏ ਤੇ ਕਹਿਣ ਲੱਗੇ, ਸਾਨੂੰ ਸਾਰਿਆਂ ਨੂੰ ਤਨਖਾਹ ਦਿਓ। ਸਾਰੇ ਮੂਰਖ ਬੈਰਾੜ ਗੁਰੂ ਜੀ ਦੇ ਘੋੜੇ ਦੀ ਵਾਗ ਫੜ ਕੇ ਵਿਗੜ ਗਏ। ਖੜੇ ਹੋ ਕੇ ਬੇਮੁਖ ਹੋ ਕੇ ਬੋਲੇ, ਜਿਨ੍ਹਾਂ ਦੇ ਭਾਗ ਸ਼ੁਭ ਨਹੀਂ ਸਨ। ਕਹਿਣ ਲੱਗੇ, ਹੇ ਸਤਿਗੁਰੂ ਜੀ, ਸਾਡੀ ਤਨਖਾਹ ਦਿਓ, ਫਿਰ ਚੱਲ ਕੇ ਅੱਗੇ ਜਾਓ। ਅਸੀਂ ਕਈ ਮਹੀਨੇ ਨੌਕਰੀ ਕੀਤੀ ਹੈ, ਆਪ ਜੀ ਨੇ ਕੋਈ ਵੀ ਰੁਪਈਆ ਨਹੀਂ ਦਿੱਤਾ। ਅਸੀਂ ਧਨ ਆਪਣੇ ਆਪਣੇ ਘਰ ਭੇਜਣਾ ਚਾਹੁੰਦੇ ਹਾਂ। ਸਾਡਾ ਸਾਰਾ ਪਰਿਵਾਰ ਅਨਾਜ ਲੈ ਕੇ ਖਾਵੇਗਾ। ਸਾਡੇ ਪਰਿਵਾਰਾਂ ਨੇ ਸਾਡੇ ਵੱਲ ਉਡੀਕ ਲਾਈ ਹੋਈ ਹੈ। ਅਸੀਂ ਕਮਾਵਾਂਗੇ ਤਾਂ ਉਹ ਭੋਜਨ ਛਕਣਗੇ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਛੇਤੀ ਨਾ ਕਰੋ। ਦਿਹਾੜੀ ਦਾ ਧਨ ਗਿਣ ਕੇ ਲੈ ਲਓ, ਘਰ ਨੂੰ ਭੇਜੋ। ਇਸ ਵਿੱਚ ਕੋਈ ਦੇਰ ਨਹੀਂ ਹੈ। ਜਿੱਥੇ ਵੀ ਸਾਡਾ ਡੇਰਾ ਜਾਂ ਮੁਕਾਮ ਹੋਵੇਗਾ। ਅੱਗਾ ਰੋਕ ਕੇ ਖੜੇ ਹੋਏ ਰਹੇ।
ਫਿਰ ਸਾਰੇ ਬੈਰਾੜ ਮਿਲ ਕੇ ਕਹਿਣ ਲੱਗੇ, ਪਹਿਲਾਂ ਕਈ ਵਾਰੀ ਮੰਗ ਕੇ ਵੇਖ ਲਿਆ ਹੈ, ਦਿੰਦੇ ਹਾਂ ਪ੍ਰਤੀ ਦਿਨ ਕਹਿੰਦੇ ਹੋ, ਅੱਜ ਤਨਖਾਹ ਲੈਣ ਬਗੈਰ ਹਟਾਂਗੇ ਨਹੀਂ, ਇਹ ਗੱਲ ਜਾਣ ਲਓ। ਇਸ ਵਿੱਚ ਸਾਡਾ ਇੱਕ ਹੋਰ ਹਿੱਤ ਮੰਨੋ, ਇਸ ਸਥਾਨ ਤੱਕ ਸਾਡੀ ਹੱਦ ਹੈ, ਇਸ ਕਰਕੇ ਹੱਠ ਧਾਰ ਕੇ ਮੰਗ ਰਹੇ ਹਾਂ। ਅੱਗੇ ਸਾਬੋ ਕੀ ਤਲਵੰਡੀ ਦੀ ਸੀਮਾ ਹੈ, ਇੱਥੇ ਧਨ ਦੇ ਕੇ ਫਿਰ ਅੱਗੇ ਜਾਓ। ਸਾਨੂੰ ਹੁਣ ਸਮਾਈ ਨਹੀਂ ਹੁੰਦੀ ਹੈ, ਤਨਖਾਹ ਦੇਣ ਤੋਂ ਬਗੈਰ ਅੱਗੇ ਨਾ ਜਾਓ। ਇਹ ਜਾਣ ਲਓ ਕਿ ਅਸੀਂ ਜਾਣ ਨਹੀਂ ਦਿਆਂਗੇ। ਇਸ ਸਥਾਨ 'ਤੇ ਧਨ ਦੇ ਕੇ ਜਾਓ। ਬੇਮੁਖ ਬਣਨ ਵਾਲੇ ਅਤੇ ਬਹੁਤਾ ਵਿਗਾੜ ਕਰਨ ਵਾਲੇ ਬੋਲ ਬੈਰਾੜਾਂ ਨੇ ਬੋਲੇ। ਤਦ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਵਚਨ ਕੀਤਾ, ਹੇ ਬੈਰਾੜੋ, ਕੰਨ ਦੇ ਕੇ ਸੁਣੋ। ਜਾਂ ਤੁਸੀਂ ਸਿੱਖੀ ਰੱਖੋ ਜਾਂ ਤੁਸੀਂ ਸਾਥੋਂ ਆਪਣੀ ਤਨਖਾਹ ਲੈ ਲਓ। ਨਿਰਣਾ ਕਰਕੇ ਸਾਰੇ ਮਿਲ ਕੇ ਕਹੋ, ਸਿੱਖੀ ਲਵੋਗੇ ਕਿ ਧਨ ਲਵੋਗੇ। ਇਹ ਸੁਣ ਕੇ ਬੈਰਾੜ ਸਲਾਹ ਕਰਨ ਲੱਗੇ ਤੇ ਧਨ ਦੇ ਲੋਭ ਨੂੰ ਹਿਰਦੇ ਵਿੱਚ ਧਾਰਨ ਕੀਤਾ। ਕਹਿਣ ਲੱਗੇ, ਅਸੀਂ ਗੁਰਸਿੱਖੀ ਧਾਰਨ ਨਹੀਂ ਕਰਨੀ, ਤਨਖਾਹ ਦਾ ਧਨ ਲਵਾਂਗੇ। ਲੈਣ ਤੋਂ ਬਗੈਰ ਅਸੀਂ ਤੁਹਾਨੂੰ ਜਾਣ ਨਹੀਂ ਦਿਆਂਗੇ। ਜੇ ਜਾਣ ਦਿਆਂਗੇ ਤੇ ਫਿਰ ਕਿੱਥੇ ਧਨ ਪਾਵਾਂਗੇ? ਧਨ ਨੂੰ ਛੱਡ ਕੇ ਸਿੱਖੀ ਕਿਵੇਂ ਧਾਰਨ ਕਰੀਏ? ਤੁਹਾਡੀ ਨੌਕਰੀ ਕਰਦੇ ਸਾਰੇ ਫਿਰਦੇ ਰਹੇ ਹਾਂ, ਅਗਲੀ ਹੱਦ ਵਿੱਚ ਜਾ ਕੇ ਸਾਡੇ ਕੁਝ ਵੀ ਹੱਥ ਨਹੀਂ ਆਵੇਗਾ, ਇਸ ਕਰਕੇ ਆਪਣੀ ਹੱਦ ਉੱਤੇ ਰੋਕਦੇ ਹਾਂ। ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣਾ ਧਨੁੱਖ ਸੰਭਾਲਿਆ ਤੇ ਚਿੱਲੇ ਉੱਤੇ ਤੀਰ ਰੱਖ ਕੇ ਆਕਾਸ਼ ਵੱਲ ਮਾਰਿਆ। ਉਸ ਵੇਲੇ ਬੱਦਲ ਦੀ ਘਨਘੋਰ ਘਟਾ ਚੜ੍ਹ ਕੇ ਆ ਗਈ। ਤੇਜ਼ ਹਵਾ ਚੱਲੀ ਤੇ ਬੱਦਲ ਬਹੁਤ ਉੱਚੀ ਗਰਜਿਆ। ਗੜਿਆਂ ਦੀ ਭਾਰੀ ਵਰਸ਼ਾ ਹੋਣ ਲੱਗੀ ਤੇ ਉਹ ਸਰੀਰ ਨੂੰ ਵੱਜ ਕੇ ਬੜੀ ਸੱਟ ਲਾਉਂਦੇ ਸਨ। ਫਿਰ ਵਰਖਾ ਦਾ ਭਾਰੀ ਮੀਂਹ ਪੈਣ ਲੱਗਾ। ਬੈਰਾੜ ਵੇਖ ਕੇ ਇੱਕ ਵਾਰ ਭੱਜ ਉੱਠੇ। ਬੌੜ ਦੇ ਸੰਘਣੇ ਦਰੱਖਤ ਦੇ ਥੱਲੇ ਖੜੇ ਸਨ। ਸਾਰੇ ਆਪਣੇ ਆਪਣੀ ਓਟ ਲੈ ਕੇ ਖੜੇ ਸਨ। ਸਿੰਘ ਸ੍ਰੇਸ਼ਟ ਕੰਬਲ ਤਾਣ ਕੇ ਸਤਿਗੁਰੂ ਜੀ ਦੇ ਸਿਰ ਉੱਪਰ ਕਰਕੇ ਠਹਿਰ ਗਏ। ਸਤਿਗੁਰੂ ਜੀ ਨੇ ਇੱਕ ਚੌੜੇ ਮੂੰਹ ਵਾਲਾ ਤੀਰ ਕੱਢਿਆ ਤੇ ਉਸ ਨੂੰ ਆਪਣੇ ਘੋੜੇ ਦੇ ਸਿਰ ਉੱਪਰ ਧਾਰਨ ਕੀਤਾ, ਜਿਸ ਕਰਕੇ ਕੋਈ ਗੜਾ ਘੋੜੇ ਦੇ ਸਿਰ ਨੂੰ ਨਾ ਵੱਜਾ ਤੇ ਉਸ ਸਥਾਨ ਵਿਖੇ ਸਥਿਰ ਹੋ ਕੇ ਖੜੇ ਰਹੇ। ਚਾਰ ਚੁਫੇਰੇ ਕੋਹ ਤੱਕ ਗੜਿਆਂ ਸਹਿਤ ਬਹੁਤ ਜਲ ਵਰਿਆ। ਗੁਰੂ ਜੀ ਨੇ ਉਸ ਸਥਾਨ ਉੱਤੇ ਹੀ ਆਪਣਾ ਡੇਰਾ ਕਰ ਦਿੱਤਾ ਤੇ ਸਾਰੀ ਵਹੀਰ ਪਿੱਛੇ ਆ ਗਈ। ਉਸ ਵਹੀਰ ਦੇ ਵਿੱਚ ਇੱਕ ਸਿੱਖ ਆਇਆ। ਉਹ ਧਨ ਨਾਲ ਲੱਦੀ ਹੋਈ ਇੱਕ ਖੱਚਰ ਲਿਆਇਆ। ਗੁਰੂ ਜੀ ਦੇ ਚਰਨ ਕਮਲਾਂ ਉੱਤੇ ਬੰਦਨਾ ਕਰਕੇ ਜਿੰਨਾ ਵੀ ਉਸ ਪਾਸ ਧਨ ਸੀ ਉਸ ਨੂੰ ਗੁਰੂ ਜੀ ਦੇ ਅੱਗੇ ਧਰ ਦਿੱਤਾ। ਉਹ ਸਿੱਖ ਕਹਿਣ ਲੱਗਾ, ਮਹਾਰਾਜ ਜੀ, ਇਹ ਖਜ਼ਾਨਾ ਲਵੋ, ਕੁਬੇਰ ਨੇ ਆਪ ਜੀ ਦੇ ਪਾਸ ਪਹੁੰਚਾਉਣ ਵਾਸਤੇ ਭੇਜਿਆ ਹੈ। ਸਤਿਗੁਰੂ ਜੀ ਨੇ ਕਿਹਾ, ਛੱਟ ਦਾ ਮੂੰਹ ਖੋਲ੍ਹੋ ਤੇ ਸਾਰੇ ਬੈਰਾੜਾਂ ਨੂੰ ਹੁਣ ਕਹੋ। ਗੁਰੂ ਜੀ ਨੇ ਆਪਣੇ ਪਾਸ ਢੇਰ ਲਾ ਲਿਆ। ਅੱਧੀਆਂ ਮੋਹਰਾਂ ਸਨ ਤੇ ਅੱਧੇ ਚਾਂਦੀ ਦੇ ਰੁਪਈਏ ਸਨ। ਇਹਨੇ ਵਿੱਚ ਬੈਰਾੜਾਂ ਨੂੰ ਬੁਲਾ ਲਿਆ ਤੇ ਪੰਗਤਾਂ ਬਣਵਾ ਕੇ ਬਿਠਾ ਲਏ। ਹਿਸਾਬ ਕਰ ਕਰਕੇ ਆਪਣੀ ਤਨਖਾਹ ਲੈਂਦੇ ਜਾਓ ਤੇ ਆਪਣੇ ਆਪ ਤੋਂ ਸਿੱਖੀ ਨੂੰ ਦੂਰ ਕਰਦੇ ਜਾਓ। ਇੱਕ ਘੋੜਸਵਾਰ ਨੂੰ 8 ਆਨੇ ਦਿੱਤੇ ਤੇ ਪੈਦਲ ਨੂੰ ਵਿਚਾਰ ਕੇ ਇਸ ਤੋਂ ਅੱਧੇ ਦਿੱਤੇ। ਸਾਰਿਆਂ ਨੂੰ ਗਿਣ ਕੇ ਦੇ ਰਹੇ ਸਨ। ਪੈਦਲ ਨੂੰ 1 ਤੇ ਸਵਾਰ ਨੂੰ ਉਸ ਨਾਲੋਂ ਦੂਣੇ ਦਿੰਦੇ ਸਨ। 500 ਘੋੜਾ ਗਿਣਤੀ ਵਿੱਚ ਆਇਆ ਤੇ 900 ਪੈਦਲ ਨੇ ਧਨ ਪ੍ਰਾਪਤ ਕੀਤਾ। ਜਦ ਸਾਰਿਆਂ ਨੇ ਆਪਣੀਆਂ ਤਨਖਾਹਾਂ ਲੈ ਲਈਆਂ ਤਾਂ ਉਹਨਾਂ ਨੇ ਧਨ ਵੇਖ ਕੇ ਬੜਾ ਆਨੰਦ ਪ੍ਰਾਪਤ ਕੀਤਾ। ਫਿਰ ਸਤਿਗੁਰੂ ਜੀ ਹਿੱਤ ਨਾਲ ਬੋਲੇ, ਘੋੜੇ ਪਾਲਣ ਵਾਲੇ ਭਾਈ ਦਾਨ ਸਿੰਘ, ਤੁਸੀਂ ਵੀ ਆਓ। ਨੌਕਰੀ ਕਰਨ ਦੇ ਤਨਖਾਹ ਦਾ ਧਨ ਤੇਰੇ ਸਾਰੇ ਸਾਥੀਆਂ ਨੇ ਲੈ ਲਿਆ ਹੈ, ਤੁਸੀਂ ਵੀ ਆਪਣਾ ਹਿਸਾਬ ਕਰਕੇ ਲੈ ਲਓ ਤੇ ਪ੍ਰਸੰਨਤਾ ਧਾਰ ਕੇ ਅੱਗੇ ਵੀ ਨੌਕਰੀ ਕਰੋ। ਇਹ ਸੁਣ ਕੇ ਭਾਈ ਦਾਨ ਸਿੰਘ ਨੇ ਹੱਥ ਜੋੜ ਕੇ ਕਿਹਾ, ਦੁੱਧ, ਪੁੱਤ, ਧਨ ਸਭ ਕੁਝ ਮੇਰੇ ਘਰ ਵਿੱਚ ਹੈ। ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ ਤੇ ਆਪਣਾ ਜਾਣ ਕੇ ਬਖਸ਼ ਲਓ। ਫਿਰ ਗੁਰੂ ਜੀ ਨੇ ਕਿਹਾ, ਭਰਾਵਾਂ ਨਾਲ ਰਲਣਾ ਚਾਹੀਦਾ ਹੈ, ਉਹਨਾਂ ਵਾਂਗ ਹੀ ਕਰਨਾ ਤੈਨੂੰ ਬਣਦਾ ਹੈ। ਆਪਣਾ ਹਾਣ ਲਾਭ ਉਹਨਾਂ ਵਾਂਗ ਜਾਣੋ ਤੇ ਆਪਣੇ ਭਰਾਵਾਂ ਨਾਲੋਂ ਨਾ ਵਿਛੜੋ। ਜਿਵੇਂ ਤੇਰੇ ਸਾਰੇ ਭਰਾ ਕਰਦੇ ਹਨ ਉਸ ਤਰ੍ਹਾਂ ਹੀ ਤੁਹਾਨੂੰ ਕਰਨਾ ਯੋਗ ਬਣਦਾ ਹੈ। ਵੱਖ ਹੋਣ ਦੀ ਕਿਉਂ ਇੱਛਾ ਧਾਰਨ ਕੀਤੀ ਹੈ? ਭਾਈ ਦਾਨ ਸਿੰਘ ਨੇ ਕਿਹਾ, ਕਿਰਪਾ ਕਰੋ, ਇਹਨਾਂ ਦੇ ਨਾਲ ਮੈਨੂੰ ਨਾ ਮਿਲਾਓ।
ਹੋਰ ਸਭ ਕੁਝ ਮੇਰੇ ਘਰ ਵਿੱਚ ਹੈ। ਹੁਣ ਆਪਣੀ ਸਿੱਖੀ ਦਿਓ ਤੇ ਮੈਨੂੰ ਆਪਣਾ ਸੇਵਕ ਜਾਣੋ। ਇਹ ਸੁਣ ਕੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਤੂੰ ਬੈਰਾੜਾਂ ਵਿੱਚ ਸਿੱਖੀ ਦਾ ਬੀਜ ਰੱਖ ਲਿਆ ਹੈ। ਇਸ ਬੀਜ ਕਰਕੇ ਸਾਰੇ ਦੇਸ਼ ਦਿਨ ਦਿਨ ਪ੍ਰਤੀ ਵਿਸ਼ੇਸ਼ ਤੌਰ 'ਤੇ ਵਧਣਗੇ। ਤੂੰ ਮਾਲਵੇ ਦੇਸ਼ ਦਾ ਭਲਾ ਕਰ ਦਿੱਤਾ ਹੈ, ਵੱਡਾ ਉਪਕਾਰ ਕਰਨ ਵਾਸਤੇ ਹਿੱਤ ਧਾਰਿਆ ਹੈ। ਜਿਵੇਂ ਸਾਰੇ ਮਾਝੇ ਦੀ ਵਡਿਆਈ ਭਾਈ ਮਹਾਂ ਸਿੰਘ ਨੇ ਰੱਖ ਕੇ ਵਿਖਾਈ ਸੀ, ਉਸ ਪ੍ਰਕਾਰ ਹੀ ਮਾਲਵੇ ਦੇਸ਼ ਦੀ ਤੂੰ ਵਡਿਆਈ ਰੱਖ ਲਈ ਹੈ। ਇੱਥੇ ਸਿੱਖੀ ਦੇ ਅਭਿਲਾਸ਼ੀ ਪ੍ਰਗਟ ਹੋਣਗੇ। ਹੁਣ ਤੰਬਾਕੂ ਨੂੰ ਛੱਡ ਦਿਓ ਤੇ ਅੰਮ੍ਰਿਤ ਛਕ ਕੇ ਸਿੱਖ ਬਣ ਜਾਓ। ਭਾਈ ਦਾਨ ਸਿੰਘ ਨੇ ਕਿਹਾ, ਮੇਰਾ ਪੇਟ ਆਫਰ ਜਾਂਦਾ ਹੈ, ਤੰਬਾਕੂ ਛੱਡਣ ਨਾਲ ਬਹੁਤ ਕਸ਼ਟ ਹੁੰਦਾ ਹੈ, ਇਸ ਤੋਂ ਕੌਣ ਬਚਾਵੇਗਾ। ਸਤਿਗੁਰੂ ਜੀ ਨੇ ਫਿਰ ਕਿਹਾ, ਤੇਰਾ ਕਸ਼ਟ ਦੂਰ ਕਰ ਦਿੰਦੇ ਹਾਂ, ਆਪਣੇ ਸਿਰ ਉੱਪਰ ਕੇਸ ਧਾਰਨ ਕਰ ਲਓ। ਹੁਣ ਸੰਪੂਰਨ ਸਿੱਖ ਬਣੋ ਤੇ ਜਗਤ ਦੀ ਭੈੜੀ ਮੱਤ ਨੂੰ ਦੂਰ ਕਰੋ। ਉਹ ਸੁਣ ਕੇ ਬੋਲਿਆ, ਕੇਸ ਕਿਉਂ ਰਖਵਾਉਂਦੇ ਹੋ? ਕੇਸਾਂ ਤੋਂ ਬਗੈਰ ਹੀ ਸਿੱਖ ਸਮਝ ਲਓ। ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਹੇ ਦਾਨ ਸਿੰਘ, ਇਸ ਦਾ ਕਾਰਨ ਸੁਣੋ। ਜਦ ਕਿਸੇ ਸਿੱਖ ਨੂੰ ਨਰਕ ਵਿੱਚ ਪਿਆ ਵੇਖਾਂਗੇ, ਇੱਕ ਸਿੰਘ ਨੂੰ ਕੇਸਾਂ ਤੋਂ ਪਛਾਣ ਲਵਾਂਗੇ ਤੇ ਫਿਰ ਉਸ ਨੂੰ ਮਹਾਨ ਕਸ਼ਟ ਤੋਂ ਬਚਾ ਲਵਾਂਗੇ। ਕੇਸਾਂ ਤੋਂ ਫੜ ਕੇ ਤੁਰੰਤ ਬਾਹਰ ਕੱਢਾਂਗੇ ਤੇ ਆਪਣੀ ਲੱਗੀ ਮੋਹਰ 'ਤੇ ਵਿਚਾਰ ਕਰਾਂਗੇ। ਉਸ ਸਮੇਂ ਭਾਈ ਦਾਨ ਸਿੰਘ ਸੁਣ ਕੇ, ਜਿਸ ਦੇ ਮੁੱਖ ਉੱਪਰ ਵੱਡੀ ਦਾੜੀ ਸੀ, ਉਸ ਨੂੰ ਦੋਵਾਂ ਹੱਥਾਂ ਨਾਲ ਫੜ ਕੇ ਸਤਿਗੁਰੂ ਜੀ ਦੇ ਸਾਹਮਣੇ ਹੋ ਕੇ ਬੋਲਿਆ, ਇਸ ਤੋਂ ਆਪ ਜੀ ਪਛਾਣ ਧਾਰਨ ਕਰੋ, ਦਾੜੀ ਫੜ ਕੇ ਬਾਹਰ ਕੱਢ ਲਓ। ਇਹ ਸੁਣ ਸਤਿਗੁਰੂ ਜੀ ਹੱਥ ਵਿੱਚ ਰੁਮਾਲ ਫੜ ਕੇ ਆਪਣੇ ਮੁੱਖ ਅੱਗੇ ਕਰਕੇ ਬਹੁਤ ਹੱਸੇ। ਇਹ ਵੇਖ ਕੇ ਭਾਈ ਦਾਨ ਸਿੰਘ ਬੋਲਿਆ, ਮੈਂ ਆਪ ਜੀ ਦੇ ਹੁਕਮ ਨੂੰ ਮੋੜਦਾ ਨਹੀਂ ਹਾਂ, ਸਿਰ ਉੱਪਰ ਕੇਸ ਰੱਖ ਕੇ ਵਧਾਵਾਂਗਾ, ਤੰਬਾਕੂ ਛੱਡ ਕੇ ਅੰਮ੍ਰਿਤ ਛਕਾਂਗਾ ਤੇ ਗੁਰਸਿੱਖੀ ਦੇ ਪੰਥ ਵਿੱਚ ਚੱਲਾਂਗਾ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਹੋ ਗਿਆ ਤੇ ਅੰਮ੍ਰਿਤ ਛਕ ਕੇ ਗੁਰੂ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਚਾਰਨ ਕੀਤੀ। ਫਿਰ ਬੈਰਾੜਾ ਨੇ ਧਨ ਪ੍ਰਾਪਤ ਕੀਤਾ। ਆਪਸ ਵਿੱਚ ਮਿਲ ਕੇ ਉੱਠ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਪਾਸ ਬਹੁਤ ਧਨ ਧਰਿਆ ਹੈ, ਇਸ ਸਮੇਂ ਇੱਕ ਫਰੇਬ ਕਰੋ ਜਿਸ ਕਰਕੇ ਸਾਨੂੰ ਹੋਰ ਧਨ ਪ੍ਰਾਪਤ ਹੋ ਜਾਏ। ਫਿਰ ਸਲਾਹ ਕਰਕੇ ਗੁਰੂ ਜੀ ਦੇ ਪਾਸ ਗਏ। ਬੈਰਾੜ ਕਹਿਣ ਲੱਗੇ, ਜਦ ਅਸੀਂ ਨੌਕਰੀ ਕਰਨ ਆਏ ਸੀ ਤਾਂ ਇੱਕ ਭਰਾ ਆਇਆ, ਇੱਕ ਘਰ ਵਿੱਚ ਟਿਕਾਇਆ ਸੀ। ਦੋ ਨੇ 2 ਟਿਕਾਏ ਸਨ ਤੇ ਤਿੰਨਾਂ ਨੇ 3 ਟਿਕਾਏ ਸਨ। ਅਸੀਂ ਸਾਰੇ ਘਰ ਛੱਡ ਕੇ ਆ ਗਏ। ਇਸ ਕਰਕੇ ਸਾਨੂੰ ਦੋਹਰੀ ਮਾਸਕ ਤਨਖਾਹ ਦਿਓ, ਜਿਹੜੀ ਅਸੀਂ ਆਪਣੇ ਘਰ ਵਿੱਚ ਜਾ ਕੇ ਦਈਏ, ਨਹੀਂ ਤਾਂ ਸਾਰਿਆਂ ਨਾਲੋਂ ਅੱਧਾ ਧਨ ਲੈਂਦੇ ਹਾਂ ਤੇ ਘਰ ਕਿੱਥੇ ਰੱਖ ਕੇ ਫਿਰ ਅਸੀਂ ਖਾਵਾਂਗੇ। ਗੁਰਸਿੱਖੀ ਤੋਂ ਵੀ ਸਾਰੇ ਖਾਲੀ ਰਹਿ ਗਏ ਹਾਂ, ਹੁਣ ਤਾਂ ਦੂਣੀ ਤਨਖਾਹ ਦਿਓ, ਜਿਹੜਾ ਧਨ ਲੈ ਕੇ ਆਪਣੇ ਪਰਿਵਾਰ ਨੂੰ ਪਾਲੀਏ, ਨੌਕਰੀ ਕਰਾਂਗੇ ਤੇ ਨਾਲ ਜਾਵਾਂਗੇ। ਸਤਿਗੁਰੂ ਜੀ ਨੇ ਸੁਣਿਆ ਕਿ ਇਹਨਾਂ ਦੀ ਬੁੱਧੀ ਹੀਣੀ ਹੈ ਤਾਂ ਮਾਸਕ ਤਨਖਾਹ ਉਹਨਾਂ ਨੂੰ ਦੂਣੀ ਦੇ ਦਿੱਤੀ। ਚਾਂਦੀ ਦੇ ਰੁਪਈਏ ਅਤੇ ਮੋਹਰਾਂ ਜਿਹੜੀਆਂ ਬਾਕੀ ਬਚ ਗਈਆਂ, ਉਹਨਾਂ ਨੂੰ ਧਰਤੀ ਵਿੱਚ ਨੱਪ ਦਿੱਤਾ ਤੇ ਉਸ ਸਥਾਨ ਦਾ ਨਾਮ ਗੁਪਤਸਰ ਰੱਖ ਦਿੱਤਾ। ਧਨ ਗੁਪਤ ਆਇਆ ਹੈ, ਇੰਝ ਨਾਮ ਰੱਖਣ ਦੀ ਅਭਿਲਾਸ਼ਾ ਕੀਤੀ। ਫਿਰ ਬਰਾੜ ਆਪਣੇ ਆਪਣੇ ਡੇਰਿਆਂ ਵਿੱਚ ਚਲੇ ਗਏ ਤੇ ਆਪਸ ਵਿੱਚ ਉੱਚੀ ਉੱਚੀ ਗੱਲਾਂ ਕਰਦੇ ਸਨ। ਅਸੀਂ ਬਰਛੀ ਦੀ ਨੋਕ 'ਤੇ ਧਨ ਲਿਆ ਹੈ, ਇੱਕ ਵਾਰ ਹੀ ਸਾਰਿਆਂ ਨੇ ਗੁਰੂ ਜੀ ਪਾਸੋਂ ਲਿਆ ਹੈ। ਸਾਰਿਆਂ ਨੇ ਦੂਣਾ ਮਾਸਕ ਵੇਤਨ ਲਿਆ ਹੈ, ਕੋਈ ਦੇਰ ਨਹੀਂ ਲੱਗੀ, ਇੱਕ ਛਿਣ ਵਿੱਚ ਲੈ ਲਿਆ। ਉਹਨਾਂ ਪਾਸੋਂ ਇੱਕ ਸਿੱਖ ਸੁਣ ਕੇ ਗੁਰੂ ਜੀ ਦੇ ਪਾਸ ਗਿਆ ਤੇ ਸਤਿਗੁਰੂ ਜੀ ਦੇ ਪਾਸ ਜਾ ਕੇ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਬੈਰਾੜ ਬੜੇ ਵਿਗੜ ਗਏ ਹਨ, ਜਿਹੜੇ ਉਜਾੜ ਵਿੱਚ ਝਾੜੀਆਂ ਵਿੱਚ ਰਹਿੰਦੇ ਹਨ। ਬਰਛੀ ਦੀ ਨੋਕ ਨਾਲ ਅਸੀਂ ਧਨ ਲਿਆ ਹੈ, ਗੁਰੂ ਜੀ ਪਾਸ ਕਿਸੇ ਪ੍ਰਕਾਰ ਦੀ ਦੇਰ ਨਹੀਂ ਹੋਣ ਦਿੱਤੀ ਹੈ। ਆਪਸ ਵਿੱਚ ਕਹਿ ਕੇ ਬਹੁਤ ਹੱਸਦੇ ਹਨ। ਉਹਨਾਂ ਦੇ ਹਿਰਦੇ ਵਿੱਚ ਤੁਹਾਡਾ ਪ੍ਰੇਮ ਅਤੇ ਮਹਿਮਾ ਨਹੀਂ ਵਸਦੀ। ਇਹ ਸੁਣ ਕੇ ਸਤਿਗੁਰੂ ਜੀ ਨੇ ਮੁਖ ਤੋਂ ਕਿਹਾ ਕਿ ਜਦ ਸਾਡਾ ਖਾਲਸਾ ਹੋਵੇਗਾ ਤਾਂ ਉਹ ਜੁੱਤੀ ਦੀ ਨੋਕ ਦੀ ਚੋਟ ਨਾਲ ਸੈਂਕੜੇ ਗੁਣਾ ਵੱਧ ਧਨ ਲਵੇਗਾ ਅਤੇ ਸਾਰੇ ਦੇਣਗੇ। ਗਵਾਚਾ ਹੋਇਆ ਰਾਜ ਫਿਰ ਪ੍ਰਾਪਤ ਨਹੀਂ ਹੋਵੇਗਾ ਤੇ ਖਾਲਸੇ ਦੀ ਪ੍ਰਜਾ ਹੋ ਕੇ ਰਹਿਣਗੇ। ਇਹਨਾਂ ਨੇ ਆਪਣਾ ਕਾਰਜ ਆਪ ਵਿਗਾੜਿਆ ਹੈ, ਅਣਜਾਣ ਮੂਰਖਾਂ ਨੇ ਪ੍ਰਸੰਨਤਾ ਧਾਰਨ ਕੀਤੀ ਹੈ।
ਸੋ ਸਾਧ ਸੰਗਤ ਜੀ, ਇੱਥੇ 17ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।